ਹੈਲੋ ਸਟੂਡੈਂਟਸ, ਗੁੱਡ ਮੋਰਨਿੰਗ। ਅੱਜ ਆਪਾਂ ਤੁਹਾਡੇ HSI ਯਾਨੀ ਹੈਲਥ ਸੈਨੇਟਰੀ ਇੰਸਪੈਕਟਰ ਦੇ MCQs ਕੁਐਸਚਨ ਕਰ ਰਹੇ ਹਾਂ ਟ੍ਰੇਡ ਥਿਊਰੀ ਦੇ, ਅਤੇ ਇਹ 25 ਕੁਐਸਚਨ ਕਰਾਂਗੇ ਅੱਜ ਆਪਾਂ। ਸੋ ਸਟਾਰਟ ਕਰਦੇ ਹਾਂ। ਫਸਟ ਕੁਐਸਚਨ, ਫॉर ਐਜੂਕੇਸ਼ਨ ਆਫ ਮੈਜ਼ਲ ਇਮਿਊਨਾਈਜੇਸ਼ਨ ਕਵਰੇਜ ਸ਼ੁੱਡ ਬੀ ਐਟ ਲੀਸਟ। ਕਹਿੰਦੇ ਖਸਰੇ ਦੀ ਸਿੱਖਿਆ ਲਈ ਟੀਕਾਕਰਨ ਦੀ ਜਿਹੜੀ ਕਵਰੇਜ ਆ ਉਹ ਘੱਟੋ ਘੱਟ ਕਿੰਨੀ ਹੋਣੀ ਚਾਹੀਦੀ ਹੈ। ਆਪਸ਼ਨ ਏ 80%, ਆਪਸ਼ਨ ਬੀ 85%, ਆਪਸ਼ਨ ਸੀ 96%, ਆਪਸ਼ਨ ਡੀ 100%। ਤੁਹਾਡਾ ਆਨਸਰ ਕੀ ਹੋਊਗਾ? ਬੀ ਆਪਸ਼ਨ ਯਾਨੀ 85%। ਸੈਕਿੰਡ ਕੁਐਸਚਨ, ਪੀਰੀਅਡ ਆਫ ਮੈਕਸੀਮਮ ਇਨਫੈਕਟੀਵਿਟੀ ਇਨ ਮਮਸ ਇਜ਼ ਡਿਊਰਿੰਗ। ਕਹਿੰਦੇ ਕਨੇਡੂ ਦੇ ਸੰਕਰਮਣ ਦੀ ਮਿਆਦ ਕਿਸ ਦੇ ਦੌਰਾਨ ਵੱਧ ਤੋਂ ਵੱਧ ਹੁੰਦੀ ਹੈ। ਆਪਸ਼ਨ ਏ ਇਨਕੂਬੇਸ਼ਨ ਪੀਰੀਅਡ ਯਾਨੀ ਬਿਮਾਰੀ ਦੇ ਫੈਲਣ ਦਾ ਸਮਾਂ, ਬੀ ਔਨਸੈਟ ਆਫ ਸਵੈਲਿੰਗ ਸੋਜਿਸ਼ ਸ਼ੁਰੂ ਹੋਣ ਤੋਂ ਬਾਅਦ, ਆਪਸ਼ਨ ਸੀ ਆਫਟਰ ਸਵੈਲਿੰਗ ਅਪੀਅਰਜ਼ ਸੋਜਿਸ਼ ਤੋਂ ਬਾਅਦ ਦਿਖਾਈ ਦਿੰਦੀ ਹੈ, ਡੀ ਪ੍ਰੋਡੋਰਮਲ ਪੀਰੀਅਡ ਸੁਧਾਰਤਮਿਕਤਾ ਦਾ ਸਮਾਂ। ਸੋ ਤੁਹਾਡਾ ਆਨਸਰ ਕੀ ਹੋਵੇਗਾ? ਆਪਸ਼ਨ ਏ ਇਨਕੂਬੇਸ਼ਨ ਪੀਰੀਅਡ। ਥਰਡ ਕੁਐਸਚਨ, ਮੇਜਰ ਐਪੀਡੈਮਿਕਸ ਆਫ ਇਨਫਲੂਐਂਜ਼ਾ ਆ ਅਕਰ ਐਟ ਇੰਟਰਵਲਸ ਆਫ। ਕਹਿੰਦੇ ਇਨਫਲੂਐਂਜ਼ਾ ਦੀ ਗੰਭੀਰ ਮਹਾਂਮਾਰੀ ਕਿੰਨੇ ਅੰਤਰਾਲ 'ਤੇ ਵਾਪਰਦੀ ਹੈ। ਆਪਸ਼ਨ ਏ 1 ਸਾਲ, ਆਪਸ਼ਨ ਬੀ 2 ਤੋਂ 3 ਸਾਲ, ਆਪਸ਼ਨ ਸੀ 10 ਤੋਂ 15 ਸਾਲ, ਆਪਸ਼ਨ ਡੀ 20 ਤੋਂ 25 ਸਾਲ। ਅਤੇ ਤੁਹਾਡਾ ਆਨਸਰ ਕੀ ਆ ਗਿਆ? ਆਪਸ਼ਨ ਡੀ 20 ਤੋਂ 25 ਸਾਲ ਦੇ ਵਿੱਚ ਜਿਹੜੀ ਖਸਰੇ ਦੀ ਮਹਾਂਮਾਰੀ ਹੁੰਦੀ ਆ ਉਹ ਦਾ ਅੰਤਰਾਲ ਹੁੰਦਾ ਹੈਗਾ। ਫੋਰਥ ਕੁਐਸਚਨ, ਦ ਮੋਸਟ ਕਾਮਨ ਸੋਰਸ ਆਫ ਇਨਫੈਕਸ਼ਨ ਫॉर ਡਿਪਥੀਰੀਆ ਇਜ਼ ਆ। ਕਹਿੰਦੇ ਗਲਘੋਟੂ ਦੀ ਇਨਫੈਕਸ਼ਨ ਦਾ ਸਭ ਤੋਂ ਵਧੇਰੇ ਆਮ ਸਰੋਤ ਹੈ। ਏ ਕੇਸ ਹਾਲਤ, ਬੀ ਸਬ ਕਲੀਨਿਕ ਕੇਸ ਉਪ ਚਿਕਿਤਸਾਲय ਕੇਸ, ਸੀ ਕੈਰੀਅਰ ਵਾਹਕ, ਡੀ ਉਪਰੋਕਤ ਸਾਰੇ। ਸੋ ਤੁਹਾਡਾ ਆਨਸਰ ਆਊਗਾ ਬੀ ਆਪਸ਼ਨ ਸਬ ਕਲੀਨਿਕਲ ਕੇਸ। ਫਿਫਥ ਕੁਐਸਚਨ, ਸਿਕ ਟੈਸਟ ਇਜ਼ ਡਨ ਇਨ। ਕਹਿੰਦੇ ਜਿਹੜਾ ਸਿਕ ਟੈਸਟ ਆ ਉਹ ਕਿਹੜੀ ਬਿਮਾਰੀ ਵਿੱਚ ਕੀਤਾ ਜਾਂਦਾ ਹੈ। ਆਪਸ਼ਨ ਏ ਮੈਨਨਜਾਈਟਿਸ, ਬੀ ਡਿਪਥੀਰੀਆ ਯਾਨੀ ਗਲਘੋਟੂ, ਸੀ ਪਰਟਿਊਟਸ ਕਾਲੀ ਖਾਂਸੀ, ਡੀ ਪੋਲੀਓਮਾਈਲਿਟਸ ਪੀਲੀਆ। ਤੁਹਾਡਾ ਆਨਸਰ ਆਊਗਾ ਜੀ ਆਪਸ਼ਨ ਏ ਮੈਨਨਜਾਈਟਿਸ। ਸਿਕਸਥ ਕੁਐਸਚਨ, ਐਡਜੂਵੈਂਟ ਪ੍ਰੈਜ਼ੈਂਟ ਐਂਡ DPT ਵੈਕਸੀਨ ਇਜ਼। ਕਹਿੰਦੇ DPT ਦੇ ਟੀਕੇ ਵਿੱਚ ਕਿਹੜਾ ਸਹਾਇਕ ਭਾਵ ਜਿਹੜਾ ਪਤਲਾ ਪਦਾਰਥ ਹੁੰਦਾ ਕੀ ਹੁੰਦਾ ਗਾ, ਕਿਸ ਚੀਜ਼ ਦਾ ਹੁੰਦਾ ਉਹ? ਏ ਐਲਮੋਨੀਅਮ ਫਾਸਫੇਟ, ਬੀ ਐਲਮੋਨੀਅਮ ਹਾਈਡਰੋਕਸਾਈਡ, ਸੀ ਜ਼ਿੰਕ ਫਾਸਫੇਟ, ਡੀ ਮੈਗਨੀਸ਼ੀਅਮ ਫਾਸਫੇਟ। ਸੋ ਤੁਹਾਡਾ ਆਨਸਰ ਕੀ ਆਊਗਾ ਜੀ? ਆਪਸ਼ਨ ਸੀ ਜ਼ਿੰਕ ਫਾਸਫੇਟ। ਸੈਵਨਥ ਕੁਐਸਚਨ, ਰਿਕਮੈਂਡ ਸਾਈਟ ਆਫ ਐਡਮਿਨਿਸਟ੍ਰੇਸ਼ਨ ਆਫ DPT ਇਨ ਇਨਫੈਂਟਸ ਇਜ਼। ਕਹਿੰਦੇ ਬੱਚਿਆਂ ਵਿੱਚ DPT ਟੀਕੇ ਦੀ ਪ੍ਰਸ਼ਾਸਨ ਦੁਆਰਾ ਸੁਝਾਈ ਜਗ੍ਹਾ ਹੈ। ਆਪਸ਼ਨ ਏ ਗਲੋਟੀਅਲ, ਇਹ ਕੀ ਹੁੰਦਾ ਹੈਗਾ? 3 ਵੱਡੀਆਂ ਖੋਪੜੀਆਂ ਦੀਆਂ ਮਾਸਪੇਸ਼ੀਆਂ ਵਿੱਚ ਕੋਈ ਇੱਕ ਮਾਸਪੇਸ਼ੀ ਜੋ ਬੁੱਟਟੌਕ ਅਤੇ ਪੱਟ ਨੂੰ ਹਿਲਾਉਂਦੀ ਹੈ। ਬੀ ਡੈਲਟੋਡ, ਇਹ ਇੱਕ ਵੱਡੀ ਤਿਕੋਣੀ ਮਾਸਪੇਸ਼ੀ ਹੁੰਦੀ ਆ ਜੋ ਮੋਢੇ ਦੇ ਜੋੜ ਨੂੰ ਢੱਕਦੀ ਹੈ ਅਤੇ ਬਾਂਹ ਨੂੰ ਘੁਮਾਉਂਦੀ ਹੈ। ਸੀ ਲਿਟਰਲ ਐਕਸੈਪਟ ਆਫ ਥਾਈ, ਪੱਟ ਦੇ ਪਾਸੇ ਵਾਲਾ ਪੱਖ, ਡੀ ਫੋਰ ਆਰਮ ਕੋਣੀ। ਤੁਹਾਡਾ ਆਨਸਰ ਕੀ ਹੋਊਗਾ? ਸੀ ਆਪਸ਼ਨ ਲਿਟਰਲ ਐਕਸੈਪਟ ਆਫ ਥਾਈ। ਏਟਥ ਕੁਐਸਚਨ, ਦ ਮੋਸਟ ਡਿਸਟਰਬ ਕੰਪਲੀਕੇਸ਼ਨਸ ਫੋਲੋਇੰਗ DPT ਆਰ ਡਿਊ ਟੂ ਡੈਸ਼ ਕੰਪੋਨੈਂਟ। ਕਹਿੰਦੇ ਹੇਠ ਦਿੱਤੇ DPT ਦੇ ਡੈਸ਼ ਹਿੱਸਿਆਂ ਦੁਆਰਾ ਬਹੁਤ ਗੰਭੀਰ ਸਮੱਸਿਆਵਾਂ ਹੁੰਦੀਆਂ ਹਨ। ਆਪਸ਼ਨ ਏ ਡਿਪਥੀਰੀਆ, ਬੀ ਪਰਟਿਊਟਸ, ਸੀ ਟੈਟਨਸ, ਡੀ ਐਡਜੂਵੈਂਟ।
ਤੁਹਾਡਾ ਆਨਸਰ ਕੀ ਆਊਗਾ ਜੀ ਡੀ ਆਪਸ਼ਨ ਐਡਜੂਵੈਂਟ ਜਾਣੀ ਪਤਲਾ ਪਦਾਰਥ ਜਿਹੜਾ DPT ਟੀਕੇ ਵਿੱਚ ਸਹਾਇਕ ਦੇ ਰੂਪ ਵਿੱਚ ਹੁੰਦਾ। ਨੈਕਸਟ ਕੁਐਸਚਨ ਦ ਵੈਕਸੀਨ ਯੂਜ਼ਲੀ ਗਿਵਨ ਟੂ ਪੈਲਗ੍ਰਿਮਜ਼ ਟੂ ਦ ਮਿਡਲ ਈਸਟ ਇਜ਼ ਕਹਿੰਦੇ ਮੱਧ ਪੂਰਬ ਵਿੱਚ ਸ਼ਰਧਾਲੂਆਂ ਨੂੰ ਆਮ ਤੌਰ 'ਤੇ ਕਿਹੜਾ ਟੀਕਾ ਦਿੱਤਾ ਜਾਂਦਾ ਹੈ। ਆਪਸ਼ਨ ਏ DPT, ਡਪਥੀਰੀਆ ਪਰਟਿਊਟਰਸ ਟੈਟਨਸ, B ਇਨਫਲੂਐਂਜ਼ਾ, C ਜੈਲੋ ਫੀਵਰ, D ਮੈਨਨਜਾਈਟਿਸ। ਤੁਹਾਡਾ ਆਨਸਰ ਕੀ ਹੋਵੇਗਾ C ਆਪਸ਼ਨ ਜੈਲੋ ਫੀਵਰ ਭਾਵ ਪੀਲਾ ਬੁਖਾਰ। ਪੀਲਾ ਬੁਖਾਰ ਕਿਤੋਂ ਹੁੰਦਾ ਬਾਂਦਰਾਂ ਦੀ ਪ੍ਰਜਾਤੀ ਤੋਂ ਹੁੰਦਾ। ਤੁਹਾਡਾ ਆਨਸਰ ਕੀ ਹੋਵੇਗਾ C ਆਪਸ਼ਨ। ਨੈਕਸਟ ਕੁਐਸਚਨ ਬੈਸਟ ਇੰਡੈਕਸ ਟੂ ਐਸਟੀਮੇਟ ਕੇਸ ਲੋਡ ਆਫ TB ਇਨ ਅ ਕਮਿਊਨਿਟੀ ਇਜ਼ ਕਹਿੰਦੇ ਇੱਕ ਸਮੁਦਾਇ ਵਿੱਚ TB ਦੇ ਕੇਸ ਲੋਡ ਦਾ ਅਨੁਮਾਨ ਲਗਾਉਣ ਲਈ ਸਰਬੋਤਮ ਸੂਚਕ ਕੀ ਹੈ। A ਇੰਸੀਡੈਂਸ ਆਫ ਇਨਫੈਕਸ਼ਨ ਦੀ ਇੱਕ ਘਟਨਾ, B ਪ੍ਰਵੇਲੈਂਸ ਆਫ ਇਨਫੈਕਸ਼ਨ ਦਾ ਪ੍ਰਸਾਰ, C ਇੰਸੀਡੈਂਸ ਆਫ ਡਿਜ਼ੀਜ਼ ਬਿਮਾਰੀ ਦੀ ਘਟਨਾ, D ਪ੍ਰਵੇਲੈਂਸ ਆਫ ਡਿਜ਼ੀਜ਼ ਬਿਮਾਰੀ ਦਾ ਪ੍ਰਸਾਰ। ਸੋ ਤੁਹਾਡਾ ਆਨਸਰ ਕੀ ਆਊਗਾ C ਆਪਸ਼ਨ ਇੰਸੀਡੈਂਸ ਆਫ ਡਿਜ਼ੀਜ਼ ਜਾਣੀ ਬਿਮਾਰੀ ਦੀ ਘਟਨਾ। ਨੈਕਸਟ ਕੁਐਸਚਨ ਪ੍ਰਵੇਲੈਂਸ ਆਫ TB ਇਨਫੈਕਸ਼ਨ ਇਨ ਆ ਕਮਿਊਨਿਟੀ ਇਜ਼ ਐਸਟੀਮੇਟਡ ਬਾਏ ਕਹਿੰਦੇ ਇੱਕ ਸਮੁਦਾਇ ਵਿੱਚ TB ਦੀ ਇਨਫੈਕਸ਼ਨ ਦੇ ਪ੍ਰਸਾਰ ਦਾ ਅੰਦਾਜ਼ਾ ਡੈਸ਼ ਦੁਆਰਾ ਲਗਾਇਆ ਜਾ ਸਕਦਾ ਹੈ। ਆਪਸ਼ਨ ਏ ਟਿਊਬਰਕੁਲਿਨ ਟੈਸਟ, B ਬਲਗਮ ਮਾਈਕਰੋਸਕੋਪੀ, C ਕਲਚਰ, D ਚੈਸਟ ਐਕਸਰੇ ਜਾਨੀ ਛਾਤੀ ਦੇ ਐਕਸਰੇ। ਤੁਹਾਡਾ ਆਨਸਰ ਕੀ ਆਊਗਾ ਜੀ ਆਪਸ਼ਨ ਏ ਟਿਊਬਰਕੁਲਿਨ ਟੈਸਟ। ਨੈਕਸਟ ਕੁਐਸਚਨ ਦ ਅਮਾਊਂਟ ਆਫ PPD ਯੂਜ਼ਡ ਇਨ ਮੌਂਟੌਕਸ ਟੈਸਟ ਇਨ ਇੰਡੀਆ ਇਜ਼ ਭਾਰਤ ਵਿੱਚ ਮੌਂਟੌਕਸ ਟੈਸਟ ਵਿੱਚ ਵਰਤੀ ਗਈ PPD ਭਾਵ ਪਿਊਰੀਫਾਈਡ ਪ੍ਰੋਟੀਨ ਡੈਰੀਵੇਟਿਵ ਇਹ ਕੀ ਹੁੰਦਾ ਹੈਗਾ ਇੱਕ ਜਿਹੜੇ ਪਦਾਰਥ ਤੋਂ ਪ੍ਰਾਪਤ ਕੀਤੀ ਸ਼ੁੱਧ ਪ੍ਰੋਟੀਨ ਦੀ ਮਾਤਰਾ ਹੁੰਦੀ ਆ। ਸੋ ਕਿੰਨੀ ਹੋਣੀ ਚਾਹੀਦੀ ਹੈਗੀ। ਆਪਸ਼ਨ ਏ 1 TU ਜਾਨੀ 1 ਟਿਊਬਰਕੁਲਿਨ ਯੂਨਿਟਸ, B 5 TU, C 25 TU ਐਂਡ D 250 TU। ਇਹ TU ਹੁੰਦੇ ਟਿਊਬਰਕੁਲਿਨ ਯੂਨਿਟ। ਸੋ ਤੁਹਾਡਾ ਆਨਸਰ ਕੀ ਆਊਗਾ ਜੀ ਆਪਸ਼ਨ ਏ ਜਾਨੀ 1 TU। ਨੈਕਸਟ ਕੁਐਸਚਨ ਰਿਜ਼ਲਟ ਆਫ ਮੈਂਟੌਕਸ ਟੈਸਟ ਇਜ਼ ਰੀਡ ਆਫਟਰ ਕਹਿੰਦੇ ਮੈਂਟੌਕਸ ਟੈਸਟ ਦਾ ਨਤੀਜਾ ਕਿੰਨੇ ਘੰਟਿਆਂ ਬਾਅਦ ਪੜ੍ਹਿਆ ਜਾਂਦਾ ਹੈ। A 6 ਘੰਟਿਆਂ ਬਾਅਦ, B 24 ਘੰਟਿਆਂ ਬਾਅਦ, C 48 ਘੰਟਿਆਂ ਬਾਅਦ ਐਂਡ D 72 ਘੰਟਿਆਂ ਬਾਅਦ। ਸੋ ਤੁਹਾਡਾ ਆਨਸਰ ਆ ਗਿਆ 48 ਘੰਟਿਆਂ ਬਾਅਦ। ਇਹ ਜਿਹੜਾ ਮੈਂਟੌਕਸ ਟੈਸਟ ਹੁੰਦਾ ਇਹ TB ਦੀ ਬਿਮਾਰੀ ਦਾ ਪਤਾ ਲਗਾਉਣ ਲਈ ਕੀਤਾ ਜਾਂਦਾ ਅਤੇ ਇਹ ਕਿੰਨੇ ਘੰਟਿਆਂ ਬਾਅਦ ਪੜ੍ਹਿਆ ਜਾਂਦਾ 48 ਘੰਟਿਆਂ ਬਾਅਦ। ਤੁਹਾਡਾ ਆਨਸਰ ਆਊਗਾ C ਆਪਸ਼ਨ। 14 ਕੁਐਸਚਨ ਪ੍ਰੈਜ਼ੈਂਟ ਡੇ BCG ਵੈਕਸੀਨ ਇਜ਼ ਸਪਲਾਈਡ ਐਜ਼ ਕਹਿੰਦੇ ਅੱਜ ਦੇ ਸਮੇਂ ਵਿੱਚ BCG ਜਾਨੀ ਵੈਲੀਕਲ ਕਲੇਮੇਟ ਗੁਰਾਈਨ ਇਹ TB ਦੀ ਬਿਮਾਰੀ ਤੋਂ ਲੱਗਣ ਵਾਲਾ ਟੀਕਾ ਹੁੰਦਾ। BCG ਦਾ ਟੀਕਾ ਡੈਸ਼ ਦੇ ਰੂਪ ਵਿੱਚ ਸਪਲਾਈ ਕੀਤਾ ਜਾਂਦਾ ਹੈ। A ਲਿਕੁਇਡ ਵੈਕਸੀਨ ਤਰਲ ਟੀਕਾ, B ਫਰੀਜ਼ ਡਰਾਈਡ ਵੈਕਸੀਨ ਫਰੀਜ਼ ਸੁੱਕਾ ਟੀਕਾ, C ਬੋਥ ਦੋਵੇਂ, D ਨਨ ਆਫ ਅਬਵ ਉਪਰੋਕਤ ਵਿੱਚੋਂ ਕੋਈ ਨਹੀਂ। ਸਾਡਾ ਆਨਸਰ ਹੋਊਗਾ B ਆਪਸ਼ਨ ਫਰੀਜ਼ ਡਰਾਈਡ ਵੈਕਸੀਨ। ਨੈਕਸਟ ਕੁਐਸਚਨ ਦਾ ਡਾਇਲੂਟ ਡੋਜ਼ੂ used for constituting BCG ਵੈਕਸੀਨ ਇਜ਼ BCG ਟੀਕੇ ਦੇ ਪੁਨਰਗਠਨ ਲਈ ਵਰਤਿਆ ਜਾਣ ਵਾਲਾ ਸਹਾਇਕ ਭਾਵ ਪਤਲਾ ਪਾਣੀ ਕੀ ਹੁੰਦਾ ਹੈ। ਆਪਸ਼ਨ ਏ ਨਾਰਮਲ ਸਲਾਈਨ ਆਮ ਖਾਰਾ, B ਡਿਸਟਿਲਡ ਵਾਟਰ ਸ਼ੁੱਧ ਪਾਣੀ, C
ਡੈਕਸਟਰੋਜ, ਡੀ ਨਨ ਆਫ ਅਬਵ, ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਤੁਹਾਡਾ ਆਨਸਰ ਕੀ ਆਊਗਾ ਜੀ? ਇਹ ਆਪਸ਼ਨ ਨੋਰਮਲ ਸਲਾਈਨ ਯਾਨੀ ਆਮ ਖਾਰਾ। 16 ਕੁਐਸਚਨ, ਰੀਕਨਸਟੀਟਿਊਟਡ BCG ਵੈਕਸੀਨ ਸ਼ੁੱਡ ਬੀ ਯੂਜ਼ਡ ਵਿਦਿਨ। ਕਹਿੰਦੇ ਪੁਨਰਗਠਿਤ BCG ਦਾ ਟੀਕਾ ਕਿੰਨੇ ਘੰਟਿਆਂ ਵਿੱਚ ਵਰਤਿਆ ਜਾਣਾ ਚਾਹੀਦਾ ਹੈ? ਆਪਸ਼ਨ ਏ 3 ਘੰਟਿਆਂ, B 6 ਘੰਟਿਆਂ, C 18 ਘੰਟਿਆਂ, D 24 ਘੰਟਿਆਂ। ਸੋ ਤੁਹਾਡਾ ਆਨਸਰ ਆਊਗਾ 6 ਘੰਟਿਆਂ, ਆਊਗਾ ਆਪਸ਼ਨ B। ਨੈਕਸਟ ਕੁਐਸਚਨ, ਦ ਏਜ ਫॉर BCG ਵੈਕਸੀਨੇਸ਼ਨ ਇਜ਼ ਰਿਕਮੈਂਡ ਐਟ। ਕਹਿੰਦੇ BCG ਦਾ ਟੀਕਾਕਰਨ ਦੀ ਸਿਫਾਰਿਸ਼ ਕਿੰਨੀ ਉਮਰ ਦੇ ਅੰਦਰ ਕੀਤੀ ਜਾਂਦੀ ਹੈ? ਆਪਸ਼ਨ ਏ ਜਨਮ ਸਮੇਂ ਜਾਂ 6ਵੇਂ ਹਫ਼ਤੇ ਵਿੱਚ, B ਸਿਰਫ 6ਵੇਂ ਹਫ਼ਤੇ ਵਿੱਚ, ਆਪਸ਼ਨ C 6 ਤੋਂ 8 ਹਫ਼ਤਿਆਂ ਵਿੱਚ, D 1 ਸਾਲ ਦੇ ਅੰਦਰ। ਤੁਹਾਡਾ ਆਨਸਰ ਕੀ ਹੋਊਗਾ? A ਆਪਸ਼ਨ। BCG ਦਾ ਟੀਕਾ ਕਦੋਂ ਰਿਕਮੈਂਡ ਕੀਤਾ ਜਾਂਦਾ ਬੱਚਿਆਂ ਨੂੰ? ਜਾਂ ਤਾਂ ਜਨਮ ਸਮੇਂ ਜਾਂ ਜਨਮ ਦੇ 6ਵੇਂ ਹਫ਼ਤੇ। ਨੈਕਸਟ ਕੁਐਸਚਨ, ਐਟ ਦਾ ਬਲੇਜ਼ ਲੈਵਲ ਸਪਿਊਟਮ ਫॉर AFP ਇਜ਼ ਕਲੈਕਟਡ ਐਂਡ ਫਿਕਸਡ ਬਾਈ। ਕਹਿੰਦੇ ਗ੍ਰਾਮੀਣ ਪੱਧਰ 'ਤੇ ਵਲਗਮ ਲਈ AFB ਜਾਨੀ ਐਸਿਡ ਫਾਸਟ ਵੈਲੀਕਸ, ਇਹ ਕੀ ਹੁੰਦਾ? ਜਦੋਂ ਵਲਗਮ ਨੂੰ ਇੱਕ ਸੈਂਪਲ ਲਈ ਲੈਬੋਰਟਰੀ ਟੈਸਟ ਲਈ ਲਿਆ ਜਾਂਦਾ ਨੂੰ ਇਕੱਠਾ ਕੀਤਾ ਜਾਂਦਾ ਅਤੇ ਇਸ ਨੂੰ ਕਿਸ ਦੁਆਰਾ ਫਿਕਸ ਕੀਤਾ ਜਾਂਦਾ ਗਾ? ਆਪਸ਼ਨ ਏ ਆਂਗਣਵਾੜੀ ਵਰਕਰ, B ਬਲੇਜ਼ ਹੈਲਥ ਗਾਈਡ, ਗ੍ਰਾਮੀਣ ਸਿਹਤ ਗਾਈਡ, C ਹੈਲਥ ਵਰਕਰ ਮੇਲ, ਸਿਹਤ ਕਰਮਚਾਰੀ ਮਰਦ, D ਸਿਹਤ ਕਰਮਚਾਰੀ ਔਰਤ। ਤੁਹਾਡਾ ਆਨਸਰ ਕੀ ਆਊਗਾ ਜੀ? ਆਪਸ਼ਨ ਏ ਆਂਗਣਵਾੜੀ ਵਰਕਰ। ਨੈਕਸਟ ਕੁਐਸਚਨ, ਸੋਰਸ ਆਫ ਮੋਸਟ ਪੋਲੀਓ ਇਨਫੈਕਸ਼ਨਸ ਆਰ। ਕਹਿੰਦੇ ਬਹੁਤੇ ਪੋਲੀਓ ਦੀ ਲਾਗ ਦੇ ਸਰੋਤ ਕੀ ਹਨ? A ਕਲੀਨਿਕਲ ਕੇਸ, B ਸਬ ਕਲੀਨਿਕਲ ਕੇਸ, C ਕੈਰੀਅਰ ਵਾਹਕ, D ਬੋਥ B ਐਂਡ C। ਸੋ ਤੁਹਾਡਾ ਆਨਸਰ ਹੋ ਗਈ C ਆਪਸ਼ਨ ਵਾਹਕ। 20th ਕੁਐਸਚਨ, ਰਿਸਕ ਫੈਕਟਰਸ ਫॉर ਡਿਵੈਲਪਮੈਂਟ ਆਫ ਪੈਰਾਲਾਈਟਿਕ ਪੋਲੀਓ ਇਨਕਲੂਡ। ਅਧਰੰਗੀ ਪੋਲੀਓ ਦੇ ਵਿਕਾਸ ਦੇ ਜੋਖਮ ਕਾਰਕਾਂ ਵਿੱਚ ਸ਼ਾਮਲ ਹੈ A 1M ਇੰਜੈਕਸ਼ਨ, B ਟੌਨਸਲੈਕਟੋਮੀ, D DPT, D ਉਪਰੋਕਤ ਸਾਰੇ। ਤੁਹਾਡਾ ਆਨਸਰ ਕੀ ਹੋਊਗਾ? D ਆਪਸ਼ਨ ਉਪਰੋਕਤ ਸਾਰੇ। ਨੈਕਸਟ ਕੁਐਸਚਨ, ਮੇਜਰ ਰੂਟ ਆਫ ਟਰਾਂਸਮਿਸ਼ਨ ਆਫ ਹੈਪੇਟਾਈਟਸ A ਇਜ਼। ਕਹਿੰਦੇ ਹੈਪੇਟਾਈਟਸ A ਦੇ ਪ੍ਰਸਾਰਨ ਦਾ ਮੁੱਖ ਰੂਟ ਕੀ ਹੈ? ਹੈਪੇਟਾਈਟਸ A ਕੀ ਹੁੰਦਾ ਗਾ? ਪੀਲੀਆ ਹੁੰਦਾ ਗਾ। A ਇਹਨਾਂ ਦੇ ਆਪਸ਼ਨ ਸੁਣ ਲਓ, A ਫੈਕੋ ਔਰਲ ਰੂਟ, ਮੌਖਿਕ ਪੱਖੋਂ ਰਸਤਾ, B ਪੈਰਾਟੈਂਟਲ ਰੂਟ, ਮਾਤਾ ਪਿਤਾ ਰਸਤਾ, C ਸੈਕਸੁਅਲ ਟਰਾਂਸਮਿਸ਼ਨ ਜਿਨਸੀ ਸੰਸਾਰ, B ਪੈਰਾਟੈਂਟਲ ਟਰਾਂਸਮਿਸ਼ਨ ਮਾਤਾ ਪਿਤਾ ਸੰਚਾਰ। ਤੁਹਾਡਾ ਆਨਸਰ ਕੀ ਹੋਊਗਾ? A ਆਪਸ਼ਨ ਫੈਕੋ ਔਰਲ ਰੂਟ ਯਾਨੀ ਮੌਖਿਕ ਪੱਖੋਂ ਰਸਤਾ। ਨੈਕਸਟ ਕੁਐਸਚਨ, ਵੈਕਸੀਨ ਬੀਟਲ ਮੋਨੀਟਰ ਇਜ਼ ਪ੍ਰੈਜੈਂਟ ਔਨ ਵਿਚ ਆਫ ਦੀਜ਼ ਵੈਕਸੀਨ। ਕਹਿੰਦੇ ਇਹਨਾਂ ਟੀਕਿਆਂ ਵਿੱਚ ਕਿਸ ਵਿੱਚ ਟੀਕਾ ਸ਼ੀਸ਼ੀ ਨਿਗਰਾਨ ਮੌਜੂਦ ਹੁੰਦਾ ਹੈ? A BCG, D DPT, C OPV ਯਾਨੀ ਔਰਲ ਪੋਲੀਓ ਵੈਕਸੀਨ, D ਮੈਜ਼ਲ। ਤੁਹਾਡਾ ਆਨਸਰ ਹੋ ਗਿਆ B DPT, ਡਿਪਥੀਰੀਆ ਪਰਟੂਸਿਸ ਟੈਟਨਸ। ਨੈਕਸਟ ਕੁਐਸਚਨ, ਇਮਿਊਨਿਟੀ ਆਫਟਰ ਹੈਪੇਟਾਈਟਸ A ਲਾਸਟਸ ਫॉर। ਕਹਿੰਦੇ ਹੈਪੇਟਾਈਟਸ A ਤੋਂ ਬਾਅਦ ਰੋਗ ਸਮਰੱਥਾ ਸ਼ਕਤੀ ਰਹਿੰਦੀ ਹੈ। A ਆਪਸ਼ਨ 6 ਮਹੀਨੇ, B 1 ਸਾਲ, C 6 ਸਾਲ, D ਉਮਰ ਭਰ। ਤੁਹਾਡਾ ਆਨਸਰ ਆਊਗਾ ਜੀ ਆਪਸ਼ਨ A 6 ਮਹੀਨੇ। ਨੈਕਸਟ ਕੁਐਸਚਨ, ਫੋਲੋਇੰਗ ਮੈਥਡ ਡਿਸਟਰੋਏ ਵਿਬਰੋ ਕੌਲਰਾਓ ਐਕਸੈਪਟ। ਕਹਿੰਦੇ ਹੇਠ ਲਿਖੇ ਢੰਗ ਵੈਬਰੋ ਹੈਜ਼ਾਂ ਨੂੰ ਨਸ਼ਟ ਕਰ ਦਿੰਦੇ ਹਨ ਸਿਵਾਏ ਡੈਸ਼ ਦੇ। ਆਪਸ਼ਨ A ਉਬਾਲਣਾ, C ਡਰਾਇੰਗ ਸੁਕਾ ਕੇ, C ਬਲੀਚਿੰਗ ਪਾਊਡਰ 1 mg 1 ਲੀਟਰ 'ਚ, D ਕੈਰੋਸੋਲ।
ਮਿੱਟੀ ਦਾ ਤੇਲ। ਤੁਹਾਡਾ ਆਨਸਰ ਕੀ ਹੋਊਗਾ? ਡੀ ਆਪਸ਼ਨ ਕੈਰੋਸੋਲ ਯਾਨੀ ਮਿੱਟੀ ਦਾ ਤੇਲ। ਲਾਸਟ ਕੁਐਸਚਨ, ਵਿਚ ਮੈਥਡ ਆਫ ਕਲੈਕਟਿੰਗ ਕੈਲੋਰੋਟ ਸਟੂਲਸ ਫॉर ਡਾਇਗਨੋਸਿਸ ਇਜ਼ ਬਾਈ। ਕਹਿੰਦੇ ਜਾਂਚ ਲਈ ਕੈਲੋਰਿਕ ਸਟੂਲ ਯਾਨੀ ਲੈਟਰਿਨ ਇਕੱਠੀ ਕਰਨ ਦਾ ਸਭ ਤੋਂ ਉੱਤਮ ਢੰਗ ਕੀ ਹੁੰਦਾ ਹੈ, ਕਿਸ ਦੁਆਰਾ ਹੁੰਦਾ ਹੈ? ਆਪਸ਼ਨ ਏ ਗੁੱਦੇ ਕੈਥੀਟਰ। ਇਹ ਕੀ ਹੁੰਦੀ ਹੈ? ਇੱਕ ਥਿਨ ਟਿਊਬ ਹੁੰਦੀ ਹੈ ਜਿਹਨੂੰ ਬੋਡੀ ਵਿੱਚ ਇਨਸਰਟ ਯਾਨੀ ਭੇਜਿਆ ਜਾਂਦਾ ਹੈਗਾ। ਬੀ ਰੈਕਟਡ ਸਟੈਬ, ਗੁੱਦੇ ਫੰਬੇ। ਸੀ ਡਿਸਇਨਫੈਕਟਡ ਸਟੂਲ, ਕੀਟਾਣੂ ਰਹਿਤ ਕੀਤੀ ਲੈਟਰਿਨ। ਡੀ ਉਪਰੋਕਤ ਸਾਰੇ। ਤੁਹਾਡਾ ਆਨਸਰ ਕੀ ਆਊਗਾ ਜੀ? ਆਪਸ਼ਨ ਏ ਰੈਕਟਲ ਕੈਥੀਟਰ। ਸੋ ਸਟੂਡੈਂਟਸ, ਇਹ ਸੀ ਤੁਹਾਡੇ MCQs। ਆਪਾਂ ਇਹਨਾਂ ਤੋਂ ਅੱਗੇ ਵੀ ਕਰਾਂਗੇ। ਥੈਂਕ ਯੂ।